ਸਕਦੇ, 2 ਸਮੈਸਟਰ ਬਾਅਦ ਦੇ ਸਕਦੇ ਸੀ। ਅਸੀਂ ਕੋਈ ਡ੍ਰੌਪ ਨਹੀਂ ਚਾਹੁੰਦੇ ਹੈਗੇ। ਸਾਨੂੰ ਫਸਟ ਆਫ ਆਲ ਅਸੀਂ ਕੋਈ ਵੀ ਹੱਕ 'ਚ ਨਹੀਂ ਹੈਗੇ, ਆਪਣੇ ਕੁਐਸਚਨ ਦਾ ਮੇਰਾ ਆਨਸਰ ਨਹੀਂ ਦੇ ਪਾ ਰਹੇ। ਐਨਰੋਲਡ ਕਰੋ ਤੇ ਬਾਕੀ ਉਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਗੱਲ ਕਰਨ ਚਾਹ ਰਹੇ ਹਾਂ ਆਪਾਂ ਅਲਫਾ ਅਕੈਡਮੀ ਬਾਰੇ, ਜੋ ਕਿ ਓਨਟਾਰੀਓ ਸਕਾਰਬਰੋ ਵਿਖੇ ਹੈਗੀ ਆ। ਤੇ ਅਲਫਾ ਅਕੈਡਮੀ ਦਾ ਜਿਹੜਾ ਮੇਨ ਕੈਂਪਸ ਹੈਗਾ ਆ ਉਹ ਹੈਗਾ ਸੇਂਟ ਲਾਰੈਂਸ ਅਲਫਾ ਅਕੈਡਮੀ ਕਿੰਗਸਟਨ ਦੇ ਵਿੱਚ, ਜੋ ਕਿ ਓਨਟਾਰੀਓ 'ਚ ਹੀ ਹੈਗੀ ਆ। ਤੇ ਟੋਰਾਂਟੋ ਤੋਂ 2 ਘੰਟਿਆਂ ਦੇ ਸਫ਼ਰ ਹੈਗਾ ਆ। ਤੇ ਅੱਜ ਜਿਹੜਾ ਇਸ਼ੂ ਨਵਾਂ ਖੜਾ ਹੋਇਆ, ਜਿਵੇਂ ਕਿ ਆਪਾਂ ਨੂੰ ਪਤਾ ਹੀ ਆ, ਮੌਂਟਰੀਅਲ ਦੇ ਵਿੱਚ 3 ਕਾਲਜਿਸ ਬੰਦ ਹੋ ਗਏ ਸੀਗੇ। ਤੇ ਆਪਾਂ ਕਿੱਦਾਂ 3 ਕਾਲਜਿਸ ਖੁਲਵਾਏ ਸੀਗੇ, ਸਟੂਡੈਂਟਸ ਨੇ ਪ੍ਰੋਟੈਸਟ ਕੀਤੇ ਤੇ ਫਿਰ ਜਾ ਕੇ ਮੌਂਟਰੀਅਲ ਦੇ ਜਿਹੜੇ 3 ਕਾਲਜ ਸੀ ਰੀਓਪਨ ਹੋਏ ਸੀ ਤੇ ਸਟੂਡੈਂਟਸ ਦਾ ਰਿਫੰਡ ਫਸ ਗਿਆ ਸੀ। ਸੋ ਐਵੇਂ ਸੇਮ ਸਿਚੁਏਸ਼ਨ ਹੈਗੀ ਆ ਰਲਦੀ ਮਿਲਦੀ ਜੀ ਅਲਫਾ ਅਕੈਡਮੀ ਬਾਰੇ। ਤਾਂ ਇੱਥੋਂ ਦੇ ਕੁਝ ਸਟੂਡੈਂਟਸ ਹੈਗੇ ਜਿਹੜੇ ਟੋਰਾਂਟੋ ਦੇ ਵਿੱਚ ਰਹਿੰਦੇ ਆ ਤੇ ਕੁਝ ਇੰਡੀਆ ਦੇ ਵਿੱਚ ਰਹਿੰਦੇ ਆ। ਤੇ ਕੈਟੇਗਰੀਜ਼ ਅਲੱਗ-ਅਲੱਗ ਆ। ਕੁਝ ਬੱਚੇ 2nd ਸਮੈਸਟਰ 'ਚ ਆ, ਕੁਝ 3rd ਸਮੈਸਟਰ, ਕੁਝ 4th ਸਮੈਸਟਰ ਦੇ ਵਿੱਚ ਆ। ਸਟੱਡੀ ਡਨ ਹੋਣ ਵਾਲੀ ਸੀਗੀ, ਹੋਇਆ ਕਿ ਕਾਲਜ ਬੰਦ ਹੋ ਗਿਆ। ਕਾਲਜ ਬੰਦ ਵੀ ਨਹੀਂ ਹੋਇਆ, ਕਾਲਜ ਨੇ ਸਟੱਡੀਜ਼ ਬੰਦ ਕਰਤੀਆਂ ਬੱਚਿਆਂ ਦੀਆਂ। ਉਹਨਾਂ ਨੂੰ ਮੇਲ ਕਰਕੇ ਕਹਿੰਦੇ ਆ ਵੀ ਤੁਹਾਡਾ ਜਿਹੜਾ ਲਾਈਕ ਸਮੈਸਟਰ ਹੈਗਾ ਆ ਤੁਹਾਨੂੰ ਡੈਫਰ ਕਰ ਦਿੱਤਾ ਜਾਂਦਾ, ਬਿਕੋਜ਼ ਸਾਡੇ ਕੋਲ ਸੀਟਸ ਅਵੇਲੇਬਲ ਨਹੀਂ ਹੈਗੀਆਂ। ਠੀਕ ਹੈ। ਤੇ ਕੁਝ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਲੇਟ ਆਈਆਂ ਸੀਗੀਆਂ, ਫੀਸਾਂ ਲੇਟ ਹੋਣ ਕਰਕੇ ਉਹਨਾਂ ਬੱਚਿਆਂ ਦੀਆਂ ਸਟੱਡੀਜ਼ ਬੰਦ ਕਰਤੀਆਂ। ਕਹਿੰਦੇ ਵੀ ਸਾਡੇ ਕੋਲ ਰਾਈਟ ਨਾਓ ਸੀਟਸ ਨਹੀਂ ਹੈਗੀਆਂ ਤੇ ਤੁਸੀਂ ਨੈਕਸਟ ਸਮੈਸਟਰ ਦੇ ਵਿੱਚ ਡੈਫਰ ਕਰ ਸਕਦੇ ਹੋ। ਤੇ ਉਹਨਾਂ ਬੱਚਿਆਂ ਨੂੰ ਕਹਿੰਦੇ ਆ ਵੀ ਤੁਹਾਨੂੰ ਨੈਕਸਟ ਸਮੈਸਟਰ 'ਚ ਡੈਫਰ ਕਰ ਦਿੰਦੇ। ਤੇ ਅੱਜ ਚੱਲ ਰਹੀ ਆ ਮਈ ਜੂਨ ਚੱਲ ਰਹੀ ਹੈ ਤੇ ਪਿਛਲੇ 1 ਮਹੀਨੇ ਤੋਂ ਬੱਚੇ ਜਿਹੜੇ ਸਟੱਡੀਜ਼ ਦੇ ਵਿੱਚ ਸਫਰ ਕਰ ਰਹੇ ਆ। ਹੁਣ ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਆਫੀਸ਼ੀਅਲ ਡ੍ਰੌਪ ਲੈ ਲਓ। ਆਫੀਸ਼ੀਅਲ ਡ੍ਰੌਪ ਕੀ ਹੁੰਦਾ ਆ? ਆਫੀਸ਼ੀਅਲ ਡ੍ਰੌਪ ਦੇ ਵਿੱਚ ਆਪਾਂ ਨੂੰ 4 ਮਹੀਨੇ ਦੀਆਂ ਛੁੱਟੀਆਂ ਹੋ ਜਾਂਦੀਆਂ ਕਾਲਜ ਵੱਲੋਂ, ਜਿਹਦੇ ਵਿੱਚ ਆਫੀਸ਼ੀਅਲ ਡ੍ਰੌਪ ਦਿੰਦਾ ਆ। ਬਟ ਬੱਚੇ ਕਹਿੰਦੇ ਹੈਗੇ ਆ ਸਾਨੂੰ ਆਫੀਸ਼ੀਅਲ ਡ੍ਰੌਪ ਨਹੀਂ ਚਾਹੀਦਾ, ਬਿਕਾਜ਼ 4 ਮਹੀਨੇ ਸਾਡੇ ਵੇਸਟ ਹੋ ਰਹੇ ਆ। 4 ਮਹੀਨੇ ਕਿਉਂ ਵੇਸਟ ਕਰੀਏ ਆਪਣੀ ਸਟੱਡੀਜ਼ ਵਾਸਤੇ? ਬੱਚਿਆਂ ਦਾ ਲਾਸਟ ਸਮੈਸਟਰ ਚੱਲ ਰਿਹਾ, 4ਥਾ ਸਮੈਸਟਰ ਚੱਕ ਕੇ ਬੱਚੇ ਨੇ ਅੱਗੇ ਨੈਕਸਟ ਕੀ ਕਰਨਾ ਹੈਗਾ ਉਹ ਬੱਚੇ ਤੇ ਆ। ਕਿਸੇ ਨੇ ਇੰਡੀਆ ਜਾਣਾ ਹੋਊਗਾ, ਆਪਣੇ ਪੇਰੈਂਟਸ ਨੂੰ ਮਿਲਣਾ ਹੋਊਗਾ, ਸਟੱਡੀਜ਼ ਬੰਦ ਕਰਤੀਆਂ ਕਾਲਜ ਦੀਆਂ। ਹੁਣ ਕੀ ਹੋਊਗਾ ਨੈਕਸਟ ਸਟੈਪ ਕਿਸੇ ਨੂੰ ਵੀ ਨਹੀਂ ਪਤਾ, ਹੈ ਨਾ। ਮਾਈਜ਼ੋ ਆਰਗੇਨਾਈਜੇਸ਼ਨ ਜਿਹੜੀ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਸੀਗੀ, ਜਿਹੜੇ 3 ਕਾਲਜ ਰੀਓਪਨ ਕਰਵਾਉਣ ਦੇ ਵਿੱਚ ਕਾਮਯਾਬ ਹੋਈ ਸੀ, ਤੇ ਉਹੀ ਆਰਗੇਨਾਈਜੇਸ਼ਨ ਸੇਮ ਹੁਣ ਅਲਫਾ ਸਟੂਡੈਂਟਸ ਦੀ ਹੈਲਪ ਕਰਨ ਜਾ ਰਹੀ ਆ। ਤੇ ਇਹਦੇ ਵਿੱਚ ਹੁਣ ਤੁਸੀਂ ਅੱਜ ਜੋ ਹੋਇਆ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ, ਕਲਿੱਪਸ ਦੇਖ ਸਕਦੇ ਹੋ। ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ, ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਓ, ਆਪਣੇ ਪੇਰੈਂਟਸ ਨੂੰ ਸ਼ੇਅਰ ਜ਼ਰੂਰ ਕਰਿਓ। 1 ਤੋਂ 2 ਹੋਇਆ, ਰਾਈਟ ਨਾਓ 3 ਤੇ ਆ ਗਿਆ ਕਿ 3 ਜਿਹੜਾ ਤੁਸੀਂ ਰਿਕਾਰਡ ਵੀ ਕਰ ਸਕਦੇ ਆ। ਅਸੀਂ 3 ਨੇ ਨਹੀਂ ਗੱਲ ਕਰਨੀ ਹੈਗੀ। ਤੁਸੀਂ ਸਾਡੇ ਨਾਲ ਗੱਲ ਕਰਨ ਵਾਸਤੇ ਡੈਸਕ ਤੇ ਹੁੰਨੇ ਆ ਤੇ ਤੁਹਾਡਾ ਡਾਇਰੈਕਟਰ ਵੀ ਕਾਲ ਲੈ ਕੇ ਡਾਇਰੈਕਟਰ ਇੱਥੇ ਡੈਸਕ ਤੇ ਆ ਸਕਦਾ ਤੇ ਅਸੀਂ ਸਾਰੇ ਖੜੇ ਹੋਵਾਂਗੇ, ਕੋਈ ਨਹੀਂ ਬੋਲੂਗਾ। ਸਾਰਿਆਂ ਦਾ ਭਾਜੀ ਹੁਣ ਤਾਂ ਆਪਣਾ ਸਾਰਿਆਂ ਦਾ ਡਿਸੀਜਨ ਇਹ ਆ। ਕੋਈ ਭਾਜੀ ਫੀਸ ਦਾ ਮੈਟਰ ਨਹੀਂ ਹੈ, ਕੋਈ ਕਿਸੇ ਦਾ ਇਹ ਮੈਟਰ ਨਹੀਂ ਹੈਗਾ ਮੈਨੂੰ ਸਕੇਜੂਲ ਆ ਗਿਆ ਸੀ, ਮੇਰੀਆਂ ਕਲਾਸਾਂ ਸ਼ੁਰੂ ਹੋ ਗਈਆਂ ਸੀ, ਕਿਸੇ ਦਾ ਕੋਈ ਮੈਟਰ ਨਹੀਂ ਹੈਗਾ। ਸਿਰਫ ਸਾਰਿਆਂ ਦਾ ਇੱਕੋ ਮੈਟਰ ਹੈ। ਉਹ ਕਹਿੰਦਾ ਕਿ ਇਦਾਂ ਵਾ ਕਿ ਡਾਇਰੈਕਟਰ ਇਹ ਕਹਿੰਦਾ ਵਾ, ਡਾਇਰੈਕਟਰ ਇਹ ਕਹਿੰਦੀ ਆ ਕਿ ਕਈਆਂ ਨੂੰ ਸਕੇਜੂਲ ਮਿਲ ਜੂਗਾ, ਕਈਆਂ ਨੂੰ ਫਿਊਚਰ ਡ੍ਰੌਪ ਮਿਲ ਜੂਗਾ। ਇਹ ਸਾਰਿਆਂ ਵਾਸਤੇ ਫੇਅਰ ਨਹੀਂ ਹੈਗਾ। ਠੀਕ ਆ ਨਾ। ਉਹੀ ਬਾਈ ਕੱਲ ਨੂੰ ਮੈਂ ਇਹੀ ਗੱਲ ਰੱਖੀ ਸੀਗੀ। ਮੈਂ ਹੁਣ ਜਿੱਦਾਂ ਬਾਈ ਫੀਸ ਪੇ ਕੀਤੀ ਹੈ 1 ਦਿਨ ਪਹਿਲਾਂ ਕੀਤੀ ਹੈ, ਮਤਲਬ ਪਹਿਲਾਂ ਟਾਈਮ ਤੋਂ ਪੇ ਕੀਤੀ, ਕਈਆਂ ਨੇ 1 ਦਿਨ ਬਾਅਦ ਪੇ ਕੀਤੀ ਹੈ। ਬਟ ਜਿਨ੍ਹਾਂ ਨੇ ਪੇ ਕੀਤੀ ਹੈ, ਜੇ ਆਪਾਂ ਮੈਂ 4th ਸਮੈਸਟਰ 'ਚ ਹੈਗਾ ਇੱਥੇ, ਠੀਕ ਹੈ। ਜੇ ਮੈਂ 3 ਸਮੈਸਟਰ ਲਾਇਆ, ਜੇ 1 ਦਿਨ ਵੱਧ ਆਪਾਂ ਫੀਸ ਪੇ ਕੀਤੀ ਹੈ, ਉਹਦੇ 'ਚ ਕੋਈ ਵੱਡੀ ਗੱਲ ਨਹੀਂ ਕਿ ਹਾਂ ਪੈਨਲਟੀ ਲਾ ਲੈਂਦੇ, $100 ਲਾ ਲੈਂਦੇ, $200 ਲਾ ਲੈਂਦੇ। ਪਰ ਆਪਾਂ ਭਾਜੀ ਇਹ ਹੁਣ ਇਹਨਾਂ ਸਾਰਿਆਂ ਦਾ ਆਪਾਂ ਇਹੀ ਡਿਸੀਜਨ ਕੀਤੀ, ਕਿਉਂਕਿ ਜੇ ਹੁਣ ਮੈਂ ਕਹਿ ਲਈ ਮੇਰਾ ਫੰਡਾ ਹੋਰ, ਆਪਣਾ ਫੰਡਾ ਹੋਰ ਹੈ ਨਾ, ਤੇ ਕਿਸੇ ਦਾ ਫੰਡਾ ਹੁਣ ਭਾਜੀ ਉਹਨਾਂ ਦਾ ਫੰਡਾ ਇਹ ਆ ਕਿ ਮੇਰੀਆਂ ਤੇ 2 ਅਸਾਈਨਮੈਂਟਾਂ ਵੀ ਗਈਆਂ ਹੋਈਆਂ ਸੀ, ਮੈਨੂੰ ਕਿਉਂ ਕੱਢ ਦਿੱਤਾ? ਰਾਈਟ ਨਾਓ ਆਪਣਾ ਫੰਡੇ ਸਾਰੇ, ਕਿਉਂਕਿ ਇਸ ਟਾਈਮ ਉਹ ਦੱਬੇ ਗਏ, ਆਪਾਂ ਸਹੀ ਆ। ਇੱਕ ਲੈ ਕੇ ਚੱਲਿਓ, ਇੱਕ ਪੁਆਇੰਟ ਲੈ ਕੇ ਚੱਲਿਓ, ਸਾਰਾ ਇਕੱਠ ਹੋ ਕੇ ਚੱਲਿਓ। ਐ ਨਹੀਂ ਕਿ ਚੱਲਿਓ ਭਾਜੀ ਗੱਲ ਖੜਿਓ। 1 ਪੁਆਇੰਟ ਆ, ਪਹਿਲਾ ਪੁਆਇੰਟ ਆਪਣਾ ਗਾਈਜ਼, ਆਪਣਾ ਪਹਿਲਾ ਪੁਆਇੰਟ ਇਹੀ ਆ ਕਿ ਆਪਾਂ ਨੂੰ ਸਕੇਜੂਲ ਚਾਹੀਦਾ। ਡ੍ਰੌਪ ਦਾ ਛੱਡ ਦੋ ਬਾਈ, ਹੁਣ ਖਤਮ। ਇਸ ਤੋਂ ਬਾਅਦ ਸਾਡੇ ਕੋਲ ਦੂਜਾ ਪੁਆਇੰਟ ਹੈ ਨਹੀਂ। ਬਟ ਇਹਨਾਂ ਦਾ ਪਲਾਨ ਇਹ ਆ ਕਿ ਸਾਨੂੰ ਅਫੀਸ਼ੀਅਲ ਬ੍ਰੇਕ ਦੇਣ ਦਾ, ਕਿਉਂਕਿ ਉਹਨਾਂ ਕੋਲ ਸੀਟਾਂ ਹੈ ਨਹੀਂ। ਜੇ ਸਾਨੂੰ ਅਫੀਸ਼ੀਅਲ ਬ੍ਰੇਕ ਵੀ ਭਾਜੀ ਦਿੰਦੇ ਆ ਨਾ, ਇਹ ਦਿੰਦੇ ਵੀ ਆ, ਉਹ ਕਹਿੰਦੇ ਕਿ ਤੁਹਾਡੇ ਫਿਊਚਰ ਨਾਲ ਨਹੀਂ ਅਸੀਂ ਖਿਲਵਾੜ ਕਰਦੇ, ਤੁਹਾਨੂੰ ਅਸੀਂ ਅਫੀਸ਼ੀਅਲ ਬ੍ਰੇਕ ਦੇ ਦਿੰਦੇ ਆ। ਬਟ ਸਾਨੂੰ ਵਿਦਨ 2 or 3 ਡੇਜ਼ ਸਾਨੂੰ ਆਉਣ ਵਾਲੇ ਸਮੈਸਟਰ ਦੀ, ਜੋ ਕਿ ਸਤੰਬਰ 'ਚ ਸਾਰਿਆਂ ਦਾ ਸਟਾਰਟ ਹੋਣਾ, ਕਿਸੇ ਦਾ 3rd ਆ, ਕਿਸੇ ਦਾ ਮੇਰਾ 3rd ਆ, ਕਿਸੇ ਦਾ 4th ਆ, ਕਿਸੇ ਦਾ 2nd ਆ। ਕਈਆਂ ਦਾ ਹੁਣ ਜਿੱਦਾਂ ਭਾਜੀ ਕਈਆਂ ਦਾ ਵਾ, ਕਈਆਂ ਨੂੰ ਆਹ ਆਫੀਸ਼ੀਅਲ ਡ੍ਰੌਪ ਦੇ ਦਿੱਤਾ ਇਹਨਾਂ ਨੇ। ਤੁਸੀਂ ਮੰਨ ਲਓ ਆਹ ਆਫੀਸ਼ੀਅਲ ਡ੍ਰੌਪ ਦੇਤਾ, ਕਈਆਂ ਦਾ ਤਾਂ ਆਫੀਸ਼ੀਅਲੀ ਉਦਾਂ ਹੀ ਡ੍ਰੌਪ ਸਤੰਬਰ ਤੋਂ ਦਸੰਬਰ ਆ। ਉਹ ਕੀ ਕਰਨਗੇ? ਉਹ ਵੀ ਤਾਂ ਗੱਲ ਹੈ। ਇਹਨਾਂ ਨੇ ਜਿੱਦਾਂ ਮੇਲ ਮੂਲ ਕੀਤੀ ਹੈ, ਕਈਆਂ ਨੂੰ 13 ਤਰੀਕ ਦੀ ਲਾਸਟ ਦਿੱਤੀ ਸੀ। ਮਾਪਾ ਮੈਨੂੰ 13 ਮੇਲ ਕੱਲ ਆਈ ਹੈ, ਕਹਿੰਦੇ 13 ਤਰੀਕ ਲਾਸਟ ਕੱਲ ਦੀ ਗੱਲ ਦੱਸ ਦਿੰਦਾ ਬਾਈ ਤੁਹਾਨੂੰ,
ਕਈਆਂ ਨੂੰ ਕਹਿੰਦੇ ਕਿ ਬਾਈ ਅਸੀਂ 17 ਨੂੰ, ਕਿਉਂਕਿ ਮੈਨੂੰ ਮੇਲ ਪਹੁੰਚੀ ਹੈ 17 ਤਰੀਕ ਨੂੰ, ਲਾਸਟ ਡੇਟ ਸੀਗੀ ਕਈਆਂ ਨੂੰ ਕਹਿ ਰਹੇ ਕਿ ਬਾਈ ਜਿਹੜੀ 17 ਤਰੀਕ ਹੈ ਉਹ ਤੁਹਾਨੂੰ ਰਿਵਾਈਜ਼ ਕਰਕੇ 18 ਦੀ ਪਾ ਦਿੰਦੇ ਆ। ਇਹਦਾ ਕੋਈ ਮਤਲਬ ਬਣਦਾ ਬਾਈ? ਜਿਹੜੀ 13 ਨੂੰ ਡਿਊ ਹੈ ਮੇਰੀ ਮੇਲ ਚ ਆਈ ਹੈ, ਮੈਨੂੰ 17 ਤਰੀਕ ਨੂੰ ਆਈ ਹੈ। ਹੁਣ ਮੈਂ ਤੇ ਗਿਆ, ਮੇਰਾ ਨੈਕਸਟ ਸਮੈਸਟਰ ਵੀ ਗਿਆ। ਮੈਂ ਕੱਲ ਮੇਰੀ ਉਹਨਾਂ ਇਸ ਕਰਕੇ ਬਹਿਸ ਹੋਈ, ਮੈਂ ਕਿਹਾ ਮੈਨੂੰ 17 ਨੂੰ ਮੇਲ ਆ ਰਹੀ, ਮੈਂ ਵਿਡਰੋ ਕਰਾਉਣਾ ਚਾਹੁੰਦਾ ਸੀ ਪਰ ਮੈਨੂੰ 17 ਨੂੰ ਮੇਲ ਆ ਰਹੀ ਆ ਕਿ ਤੁਹਾਡਾ 13th ਨੂੰ ਤੁਹਾਡਾ ਵਿਡਰੋ ਡੇ ਜਿਹੜਾ ਲਾਸਟ ਸੀਗਾ, ਠੀਕ ਆ। ਕਹਿੰਦੀ ਇਹ ਐਡਜਸਟੇਬਲ ਆ। ਮੈਂ ਕਿਹਾ ਜੇ ਇਹ ਐਡਜਸਟੇਬਲ ਆ ਤੇ ਤੁਹਾਡੀ ਡੈਡਲਾਈਨ ਐਡਜਸਟੇਬਲ ਨਹੀਂ ਹੈਗੀ, ਉਹ ਤੇ $100 ਪੈਨਲਟੀ ਨਹੀਂ ਹੈਗੀ। ਇਹ ਤੁਹਾਡੀ ਐਡਜਸਟੇਬਲ ਆ ਕਿਉਂਕਿ ਇਹ ਤੁਹਾਡੇ ਹੱਕ 'ਚ ਆ, ਇਹ ਤੁਹਾਨੂੰ ਫਾਇਦਾ ਦਿੰਦਾ ਪਿਆ। ਜੋ ਸਟੂਡੈਂਟ ਨੂੰ ਫਾਇਦਾ ਦਿੰਦਾ ਪਿਆ ਉਹ ਤੁਹਾਡੇ ਹੱਕ 'ਚ ਨਹੀਂ ਹੈਗਾ, ਤੁਹਾਡੇ ਤੁਸੀਂ ਉਹਨੂੰ ਪ੍ਰੋਸੀਡ ਹੀ ਨਹੀਂ ਕਰਦੇ, ਤੁਸੀਂ ਉਹ ਤੇ ਖੜੇ ਨਹੀਂ ਉਤਰਨਾ। ਇਦਾਂ ਦੇਖ ਲਿਓ, ਕੋਈ ਇਦਾਂ ਨਾ ਕਰਿਓ ਕਿ ਬਾਈ ਸਾਨੂੰ ਡ੍ਰੌਪ ਚਾਹੀਦਾ, ਠੀਕ ਹੈ, ਕਿਉਂਕਿ ਬਾਈ ਅਸੀਂ ਬਾਈ ਆਪਣੀ ਜਗ੍ਹਾ ਸਹੀ ਹੈ। ਡ੍ਰੌਪ ਇਹ ਕਿਉਂ ਦੇ ਰਹੇ? ਇਹ ਸਰਕਾਰ ਪੱਖੋਂ ਆਪਣੇ ਵੱਲੋਂ ਸਹੀ ਕਰ ਰਹੇ, ਕਿਉਂਕਿ ਜਿੰਨੀ ਨਹੀਂ ਕੋਈ ਕੈਪੈਸਿਟੀ ਹੈ ਉਨਾ ਹੀ ਸਟੂਡੈਂਟ ਰੱਖ ਸਕਦੇ ਆ। ਜੇ ਕੱਲ ਨੂੰ ਇਹਨਾਂ ਨੂੰ ਕੋਈ ਕੁਐਸਚਨ ਕਰੇਗਾ, ਕੋਈ ਹਾਇਰ ਅਥਾਰਟੀਜ਼ ਇਹਨਾਂ ਨੂੰ ਕੁਐਸਚਨ ਕਰਨਗੀਆਂ, ਇਹਨਾਂ ਨੇ ਕਹਿ ਦੇਣਾ ਕਿ ਬਾਈ ਆਪਾਂ ਦੇ ਪੂਰਾ ਸਰਕਾਰੀ ਤਾਰੇ ਤੇ ਹੀ ਚੱਲ ਰਹੇ ਆ, ਜਿੰਨੀਆਂ ਸੀਟਾਂ ਉਨੇ ਹੀ ਬੱਚੇ ਹੈਗੇ ਆ। ਇਹਦੇ ਸਾਨੂੰ ਪ੍ਰੋਬਲਮ ਆਉਣੀ ਹੈ ਕੱਲ ਨੂੰ। ਸਾਨੂੰ ਇਹ ਕੱਲ ਨੂੰ ਮੈਨੂੰ ਇੰਨੀ ਗੱਲ ਕਹੀ ਇਹਨਾਂ ਨੇ ਕਿ ਅਸੀਂ ਹੋਪ ਦਿੰਨੇ ਆ ਤੁਹਾਨੂੰ, ਕਿ ਤੁਹਾਨੂੰ ਹੋਪ। ਮੈਂ ਕਿਹਾ ਹੋਪ ਤੇ ਨਹੀਂ ਕੰਮ ਚੱਲ ਰਿਹਾ। ਮੈਂ ਕਿਹਾ ਜਾਂ ਤੁਸੀਂ ਸਾਨੂੰ ਰਿਟਰਨ ਦਿਓ, ਠੀਕ ਹੈ, ਰਿਟਰਨ ਦੇ ਕੇ ਅਸੀਂ ਮੰਨਦੇ ਕਿ ਤੁਸੀਂ ਸਾਨੂੰ ਆਫੀਸ਼ੀਅਲ ਡ੍ਰੌਪ, ਕਿਉਂਕਿ ਕੱਲ ਨੂੰ ਸਾਨੂੰ ਜਦੋਂ ਆਪਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆਪਾਂ ਫਾਈਲ ਕਰਨਾ ਹੈ, ਉੱਥੇ ਸਾਨੂੰ ਕੱਲ ਨੂੰ ਉਹਨਾਂ ਨੇ ਵਰਕ ਪਰਮਿਟ ਵਾਲਿਆਂ ਨੇ ਜਦੋਂ ਲੈਣਾ, ਉਹਨਾਂ ਨੇ ਪੁੱਛਣਾ ਸਾਨੂੰ ਕਿ 4 ਮਹੀਨੇ ਕੀ ਕਰਿਆ ਤੁਸੀਂ। ਹੁਣ ਤੁਸੀਂ ਕੀ ਜਵਾਬ ਦੋਗੇ ਕਿ ਹਾਂ ਬਾਈ ਕਾਲਜ ਵਾਲਿਆਂ ਨੇ ਛੁੱਟੀਆਂ ਦੇ ਦਿੱਤੀਆਂ? ਇਹ ਗੱਲ ਕਹਿ ਰਹੇ ਨਹੀਂ ਕਿ ਹਾਂ ਇਹਨਾਂ ਨੇ ਫੀਸ ਨਹੀਂ ਪੇ ਕੀਤੀ ਜਾਂ ਕਿਸੇ ਦਾ ਕੋਈ ਇਹਨਾਂ ਨੇ ਸਿੱਧਾ ਕਹਿ ਦੇਣਾ ਸਾਨੂੰ। ਜੇ ਤੁਹਾਡੇ ਇਹ ਕਿਤੇ ਤੁਹਾਡੇ ਪਾਲਿਸੀ 'ਚ ਲਿਖਿਆ ਵਾ ਕਿ ਤੁਸੀਂ ਫੀਸ ਲੇਟ ਫੀ ਜਿਹੜੀ ਪੇ ਕਰਦੇ ਪਿਆ ਉਹਨੂੰ ਐਨਰੋਲਡ ਹੀ ਨਹੀਂ ਕਰਨਾ, ਇਹ ਕਿਸੇ ਕਾਲਜ ਦੀ ਪਾਲਿਸੀ 'ਚ ਨਹੀਂ ਲਿਖਿਆ ਹੋਇਆ। ਦੂਸਰੀ ਗੱਲ ਬਾਈ ਇਹ ਆ ਕਿ ਉਸ ਤੋਂ ਬਾਅਦ ਇਹ ਕਹਿੰਦੇ ਸੀਗੇ ਕਿ ਆਪਾਂ ਜੇ ਫੀਸ ਲੇਟ ਪੇ ਕਰਦੇ ਆ ਤੇ ਉਹਦੀ ਪੈਨਲਟੀ ਆ। ਉਸ ਤੋਂ ਬਾਅਦ ਇਹਨਾਂ ਨੇ ਕਹਿਤਾ ਵੀ ਉਹ ਪਾਲਿਸੀ ਚੇਂਜ ਹੋ ਗਈ ਆ। ਪਾਲਿਸੀ ਚੇਂਜ ਹੋਈ ਆ ਤੇ ਸਾਨੂੰ ਦੱਸਣ ਦਾ ਫਰਜ਼ ਕਿਹਦਾ ਵਾ? ਜੇ ਅਸੀਂ ਫੀਸ ਲੇਟ ਕਈ ਇਹ ਸੋਚ ਕੇ ਫੀਸ ਪੇ ਕਰ ਦਿੰਦੇ ਆ ਵੀ ਚੱਲ ਫਾਈਨ ਪਾ ਦੇਣਗੇ ਭਾਈ ਸੋਚ ਕੇ ਨਹੀਂ, ਕਈਆਂ ਕੋ ਹੁੰਦੇ ਨਹੀਂ ਆ। ਮੈਂ ਸਿੱਧੀ ਗੱਲ ਕਰਦਾ ਭਾਜੀ, ਮੇਰੇ ਤੋਂ ਹੈ ਨਹੀਂ, ਮੈਂ ਸਹੀ ਕਹਿੰਦਾ। ਇਕੱਠੇ ਕਰਕੇ ਕੀਤੀ ਆ ਯਾਰ, ਕੀਤੀ ਆ ਬਈ ਸਾਰੇ ਨੇ ਪਾ ਦਿਆਂਗੇ ਯਾਰ। ਪਿਛਲੇ 3 ਮਹੀਨੇ ਅਸੀਂ ਫੀਸਾਂ ਭਰੀਆਂ, ਇੱਕ ਆਧਾ ਦਿਨ ਉੱਤੇ ਥੱਲੇ ਹੋ ਜਾਂਦਾ ਸੀਗਾ, ਉਹ ਪੈਨਲਟੀ ਆਪਾਂ ਰੈਡੀ ਟੂ ਪੇ ਕਰਨ ਲਈ ਤਿਆਰ ਆ ਹਨਾ। ਹੁਣ ਕਹਿੰਦੀ ਆ ਕਿ ਇਹ ਪਾਲਿਸੀ ਸਾਡੀ ਤੀਜੇ ਸਮੈਸਟਰ ਤੋਂ ਬਾਅਦ ਚੇਂਜ ਹੋ ਗਈ ਸੀ। ਤੁਹਾਨੂੰ ਇਨਫੋਰਮ ਕੀਤਾ ਵੀ ਤੁਹਾਡੀ ਪਾਲਿਸੀ ਚੇਂਜ ਹੋ ਉਹ ਗਈ ਹੈ। ਕਹਿੰਦੇ ਜੀ ਸਟੂਡੈਂਟ ਸਰਵਿਸ ਦੇ ਵਿੱਚ ਇਹ ਲਿਖਿਆ ਆਇਆ ਸੀਗਾ ਕਿ ਵੀ ਨਾਟ ਗਰੰਟਡ। ਬਾਈ ਨਾਟ ਗਰੰਟਡ ਤੇ ਫੋਰ ਸ਼ੋਰ ਦੇ ਵਿੱਚ ਬਹੁਤ ਫਰਕ ਆ। ਜੇ ਮੈਂ ਕੰਮ ਤੇ ਜਾ ਰਿਹਾ, ਮੈਂ 15 ਮਿੰਟ ਲੇਟ ਜਾ ਰਿਹਾ, ਮੇਰਾ ਸੁਪਰਵਾਈਜ਼ਰ ਮੇਰੇ 15 ਮਿੰਟ ਕੱਟ ਰਿਹਾ, ਜੇ ਮੈਨੂੰ ਇੱਕ ਦਿਨ ਪਹਿਲਾਂ ਦੱਸ ਦੂਗਾ ਨਾ ਜੇ ਕੱਲ ਨੂੰ ਤੂੰ 15 ਮਿੰਟ ਲੇਟ ਆਇਆ ਮੈਂ ਤੈਨੂੰ ਕੰਮ ਤੋਂ ਕੱਢ ਦੇਣਾ ਭਾਜੀ, ਮੈਂ 15 ਮਿੰਟ ਪਹਿਲਾਂ ਹੀ ਜਾਣਾ। ਨਾਲੇ ਨਾ ਐਂਟਰੀਜ਼ ਬਲੌਕ ਕੀਤੀਆਂ 25 ਤਰੀਕ ਨੂੰ ਫੀਸ ਉਤਾਰੀ ਆ ਤੇ ਫਿਰ ਵੀ ਕਹਿ ਰਹੇ ਆ ਵੀ ਲੇਟ ਫੀਸ ਖੜੇ ਆ ਜਿੰਨੇ ਆਪਣੇ ਸਟੂਡੈਂਟ ਆ ਸਾਰੇ ਖੜੇ ਆ। ਇਹ ਸਾਰਿਆਂ ਦਾ ਪ੍ਰੋਮਿਸ ਆ ਕਿ ਕੋਈ ਨਹੀਂ ਵਿੱਚੋਂ ਬਾਈ ਕੋਈ ਨਹੀਂ ਬੋਲਦਾ ਕਿਉਂਕਿ ਸਾਰਿਆਂ ਦੇ ਆਪਣੇ ਇਕੱਠੇ ਹੋ ਗਏ ਆ, ਵਿਚਾਰ ਸਾਰਿਆਂ ਦਾ ਡਿਸੀਜਨ ਇੱਕੋ ਬਣ ਗਿਆ, ਸਕੇਜੂਲ ਐਨਰੋਲਮੈਂਟ ਦੈਟਸ ਇਟ, ਹੈਨਾ। ਉਸ ਤੋਂ ਬਾਅਦ ਆਪਣੇ ਡਾਇਰੈਕਟਰ ਨੂੰ ਕੋਈ ਇੱਥੇ ਕਾਲ ਲਾਓ, ਉਹ ਸਾਨੂੰ ਦੱਸੇ ਤੇ ਸਾਰੇ ਸੈਟੀਸਫਾਈ ਹੋਊਗੇ, ਆਪਾਂ ਉੱਥੇ ਓਕੇ ਆ। ਆਪਾਂ ਸਾਰੇ ਸੁਣਨਾ ਚਾਹੁੰਦੇ ਕੀ ਕਹਿੰਦੇ। 1 ਮਹੀਨਾ ਪਹਿਲਾਂ ਮਤਲਬ ਕਿ ਹਜੇ 1 ਸਮੈਸਟਰ ਦਾ 1 ਮਹੀਨਾ ਰਹਿੰਦਾ ਤੇ ਉਸ ਤੋਂ ਪਹਿਲਾਂ ਸਾਡੇ ਕੋਲ ਫੀਸਾਂ ਲੈ ਲੈਂਦੇ ਆ। ਤੇ ਹੁਣ ਇਹ ਟੀਚਰ ਜਾਂ ਸਾਡੇ ਡਾਇਰੈਕਟਰ ਨਾਲ ਸਾਡੀ ਗੱਲ ਹੋਈ ਅੱਜ, ਤੇ ਆਪਸੀ ਇਹਨਾਂ ਤੋਂ ਇੱਕ ਫਾਰਮਲ ਨੋਟਿਸ ਵੀ ਇਸ਼ੂ ਕਰਵਾਇਆ ਕਿ ਕੱਲ ਨੂੰ ਤੁਸੀਂ ਸਾਨੂੰ ਦੱਸੋ ਕਿ ਟਾਈਮ ਕਿੰਨੇ ਵਜੇ ਤੁਸੀਂ ਸਾਨੂੰ ਇਨਵਾਈਟ ਕਰ ਰਹੇ ਹੋ, ਇੱਕ ਫਾਰਮਲ ਨੋਟਿਸ ਲਈ ਕਿ ਮਤਲਬ ਸਾਡੀ ਇੱਕ ਮੀਟਿੰਗ ਕੱਲ ਬੋਰਡ ਆਫ ਕੰਡਕਟ ਹੋਏਗੀ, ਜਿਹਦੇ ਲਈ ਮਤਲਬ 3-4 ਬੱਚੇ ਜੋ ਵੀ ਹੈ ਸਾਰੇ ਮਤਲਬ ਰਿਪਰੈਜ਼ੈਂਟ ਕਰਨਗੇ, ਉਹ ਦੱਸਣਗੇ ਸਾਰਿਆਂ ਦੀ ਪ੍ਰੋਬਲਮ ਅੱਗੇ ਰੱਖਣਗੇ। ਕਿਉਂਕਿ ਮੇਨ ਰੀਜ਼ਨ ਅਸੀਂ ਤਾਂ ਪਰੇਸ਼ਾਨ ਹੋ ਰਹੇ ਹਾਂ ਕਿਉਂਕਿ ਅਸੀਂ ਇੰਨੀ ਫੀਸਾਂ ਸਾਰਿਆਂ ਨੂੰ ਤਾਰੀਆਂ ਕਾਲਜ ਦੀਆਂ, ਤੇ ਉਹਦਾ ਕੀ ਮੇਨ ਰੀਜ਼ਨ ਹੈਗਾ, ਸਾਨੂੰ ਇਹ ਵੀ ਅਸ਼ੋਰਿਟੀ ਨਹੀਂ ਦਿੱਤੀ ਜਾ ਰਹੀ ਹੈ ਕਿ ਤੁਹਾਡਾ ਆਫੀਸ਼ੀਅਲ ਬ੍ਰੇਕ ਹੋਏਗੀ ਜਾਂ ਨਾਨ ਆਫੀਸ਼ੀਅਲ ਬ੍ਰੇਕ ਹੋਏਗੀ। ਆਫੀਸ਼ੀਅਲ ਤੇ ਨਾਨ ਆਫੀਸ਼ੀਅਲ ਦਾ ਮਤਲਬ ਹੈਗਾ ਕਿ ਆਫੀਸ਼ੀਅਲੀ ਬ੍ਰੇਕ ਉਹ ਹੈਗੀ ਹੈ ਜਿਹੜੀ ਸਕੂਲ ਵੱਲੋਂ ਸਾਨੂੰ ਕਾਲਜ ਵੱਲੋਂ ਦਿੱਤੀ ਜਾ ਰਹੀ ਹੈ ਕਿ ਇਹ ਬ੍ਰੇਕ ਆ, ਬਟ ਇਹ ਸਾਨੂੰ ਉਹ ਵੀ ਚੀਜ਼ ਨਹੀਂ ਕਰ ਰਹੇ। ਸਾਨੂੰ ਸਿਰਫ ਇੰਨੀ ਚੀਜ਼ ਕਹਿ ਰਹੇ ਹੈ ਕਿ ਅਸੀਂ ਹੋਪ ਕਰਦੇ ਹਾਂ ਕਿ ਤੁਹਾਨੂੰ ਆਪਾਂ ਇੱਕ ਆਫੀਸ਼ੀਅਲ ਬ੍ਰੇਕ ਦੇਵਾਂਗੇ, ਬਟ ਅਸੀਂ ਹੁਣ ਆਪਣਾ ਫਿਊਚਰ ਦੀ ਗੱਲ ਹੈ, ਆਪਣੀ ਸਾਰਿਆਂ ਦੀ ਫਿਊਚਰ ਦੀ ਗੱਲ ਹੈ। ਹੁਣ ਅਸੀਂ ਇਹ ਤਾਂ ਹੈ ਨਹੀਂ ਕਿ ਅਸੀਂ ਹੋਪ ਤੇ ਚੱਲਾਂਗੇ ਕਿ ਅਸੀਂ ਘਰੇ ਬਹਿ ਜਾਈਏ ਤੇ ਕੱਲ ਨੂੰ ਸਾਨੂੰ ਕੋਈ ਅਥਾਰਟੀਜ਼ ਪੁੱਛਣਗੇ, ਜਾਂ ਜਦੋਂ ਆਪਾਂ PGWP ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਾਂਗੇ ਸਾਨੂੰ ਕੋਈ ਪੁੱਛੇਗਾ ਕਿ ਬਈ ਤੁਸੀਂ ਲਾਈਕ 4 ਮੰਥਸ 'ਚ ਕੀ ਕੀਤਾ ਹੈਗਾ, ਤੇ 4 ਮਹੀਨੇ ਅਸੀਂ ਕੀ ਜਵਾਬ ਦੇਵਾਂਗੇ? ਸਾਡੇ ਕੋਲੇ ਕੋਈ ਆਪਸ਼ਨ ਨਹੀਂ। ਅਸੀਂ ਇਹ ਤਾਂ ਕਵਾਂਗੇ ਨਹੀਂ ਕਿ ਕਾਲਜ ਵਾਲਿਆਂ ਨੇ ਬਈ ਕਿਹਾ ਸੀਗਾ, ਸਾਨੂੰ ਹੋਪ ਕੀਤੀ ਸੀਗੀ, ਉਦੋਂ ਅਸੀਂ ਅਸੀਂ ਕਿਤੇ ਜਾਣ ਜੋਗੇ ਨਹੀਂ ਹੈਗੇ। ਤੇ ਇਸ ਲਈ ਸਾਡੀ ਇਹ ਮੰਗ ਹੈਗੀ ਹੈ ਕਿ ਸਾਨੂੰ ਇਨਰੋਲ ਕਰਨ ਕਲਾਸਾਂ 'ਚ, ਠੀਕ ਹੈ ਜੀ, ਕਿਉਂਕਿ ਅਸੀਂ ਫੋਲਸ ਸਟੇਟਮੈਂਟ 'ਚ ਨਹੀਂ ਹੈਗੇ, ਨਾ ਸਾਡੇ ਵੱਲੋਂ ਕੋਈ ਗਲਤ ਆਪਾਂ ਕੀਤਾ ਹੈਗਾ। ਸਾਡਾ ਬਸ ਇਹ ਹੈ ਕਿ ਅਜੇ ਅਸੀਂ ਫੀਸਿਸ ਸਾਰੀਆਂ ਪੇ ਕੀਤੀਆਂ, ਟਾਈਮ ਟੂ ਟਾਈਮ ਸਭ ਕੁਝ ਕੀਤਾ ਹੈਗਾ, ਤੇ ਤੁਸੀਂ ਸਾਨੂੰ ਇਨਰੋਲ ਕਰੋ, ਕਲਾਸਿਸ ਸਾਡੀਆਂ ਸ਼ੁਰੂ ਕਰਨ, ਨਾ ਕਿ ਸਾਨੂੰ ਇਹ ਕਹਿਣ ਕਿ ਤੁਸੀਂ ਨੈਕਸਟ ਬੈਚ ਤੇ ਆਓ।
ਜੇ ਅਸੀਂ ਇਹ ਡ੍ਰੌਪ ਲੈ ਲੈਂਦੇ ਆ ਗਲਤੀ ਨਾਲ ਵੀ, ਜੇ ਸਾਨੂੰ ਧੱਕੇ ਨਾਲ ਵੀ ਦਿੱਤਾ ਜਾਂਦਾ ਤੇ ਸਾਡਾ ਘੱਟੋ ਘੱਟ ਨਹੀਂ ਤੇ 1 ਸਾਲ ਬਰਬਾਦ ਹੁੰਦਾ। ਤੇ ਸਾਲ ਦਾ ਜਿੰਮਾ ਕੌਣ ਲੈਂਦਾ? ਕੋਈ ਰਿਸਪੌਂਸਿਬਿਲਿਟੀ ਚੱਕਣ ਨੂੰ ਰੈਡੀ ਨਹੀਂ ਹੈਗਾ। ਜਿਹੜਾ ਇੱਕ ਸਾਡਾ ਟਾਈਮ ਫਰੇਮ 1 ਸਾਲ ਦਾ ਟਾਈਮ ਫਰੇਮ ਖਰਾਬ ਹੋਏਗਾ, ਉਹਦੀ ਰਿਸਪੌਂਸਿਬਿਲਿਟੀ ਕੌਣ ਲੈਤੀ ਜਾ ਰਹੀ ਹੈ? ਕਿਸੇ ਕੋਲ ਨਹੀਂ ਲਈ ਜਾ ਰਹੀ। ਹੁਣ ਆਪਾਂ ਅਥਾਰਟੀਜ਼ ਨਾਲ ਅੰਦਰ ਵੀ ਇਹ ਵੀ ਗੱਲ ਰੱਖੀ ਹੈ ਮੈਂ ਕਿ 4 ਮਹੀਨੇ ਜਿਹੜਾ ਤੁਸੀਂ ਡ੍ਰੌਪ ਕਰੋਗੇ, ਅਸੀਂ ਸਟੂਡੈਂਟ ਆ, ਅਸੀਂ ਫੁੱਲ ਟਾਈਮ ਸਟੂਡੈਂਟ, ਰੈਗੂਲਰ ਸਟੂਡੈਂਟ ਹੈਗੇ ਇੱਥੇ, ਅਸੀਂ ਕੰਮ ਕਰਨ ਨਹੀਂ ਆਏ ਇੱਥੇ। ਜੇ ਅਸੀਂ ਰੈਗੂਲਰ ਸਟੂਡੈਂਟ ਹੈਗੇ ਤੇ ਸਾਡੇ ਪੇਰੈਂਟਸ ਨੇ ਸਾਡਾ ਰੈਂਟਲ ਐਕਸਪੈਂਸਿਸ, ਸਾਡੀ ਗਰੋਸਰੀਜ਼ ਦੇ ਐਕਸਪੈਂਸਿਸ, ਸਾਡੀ ਫਾਈਨੈਂਸ਼ੀਅਲ ਐਕਸਪੈਂਸਿਸ ਸਾਰੀ ਚੱਕੀਆਂ ਪਈਆਂ। ਉਹਨਾਂ ਨੇ ਵੀ ਆਪਣੇ ਆਪ ਨੂੰ ਸਾਰਿਆਂ ਨੂੰ ਦੇਖਿਆ, ਐਡਜਸਟ ਕੀਤਾ, ਸਾਰਿਆਂ ਨੇ ਆਪਣਾ ਦੇਖੋ ਜੀ ਇੰਨੇ ਟਾਈਮ ਫਰੇਮ ਦੇ ਵਿੱਚ ਇਹਨਾਂ ਦੀ ਪੜ੍ਹਾਈ ਖਤਮ ਹੋ ਜਾਣੀ ਸਾਡੇ ਬੱਚਿਆਂ ਦੀ, ਠੀਕ ਹੈ। ਉਸ ਤੋਂ ਬਾਅਦ ਕਈਆਂ ਨੇ ਇੰਡੀਆ ਜਾਣਾ ਜਾਂ ਕੁਝ ਵੀ ਕਰਨਾ। ਹੁਣ ਆਊਟ ਆਫ ਨੋਵੇਅਰ ਇਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਤੁਸੀਂ 4 ਮਹੀਨੇ ਡ੍ਰੌਪ ਲਓ ਹੀ ਲਓ। ਇਹ ਲੈਟਰ ਆਫ ਐਕਸੈਪਟੈਂਸ, ਜਦੋਂ ਲੈਟਰ ਆਫ ਐਕਸੈਪਟੈਂਸ ਸਾਨੂੰ ਮਿਲਦੀ ਹੈ, ਜਦੋਂ ਆਪਾਂ ਕਲਾਸ 'ਚ ਜਾਂ ਸਕੂਲ 'ਚ ਇਨਰੋਲ ਹੁੰਦੇ ਆ ਕਾਲਜ 'ਚ, ਉੱਥੇ ਕੁਝ ਮੈਂਸ਼ਨ ਨਹੀਂ ਸੀਗਾ। ਬਟ ਹੁਣ ਸਾਨੂੰ ਸਿਰਫ 1 ਹਫ਼ਤੇ ਦੇ ਅੰਦਰ ਅੰਦਰ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਤੁਹਾਨੂੰ ਅਸੀਂ ਇੱਕ ਡ੍ਰੌਪ, ਤੁਹਾਨੂੰ ਡ੍ਰੌਪ ਲੈਣਾ ਤੁਸੀਂ ਲਓਗੇ ਹੀ। ਸਾਨੂੰ ਤੇ ਮਜਬੂਰੀ ਸਾਨੂੰ ਦੇ ਰਹੇ ਹੈਗੇ, ਸਾਨੂੰ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ। ਬਾਕੀ ਇਹ ਵੀ ਕਹਿ ਰਹੇ ਹੈਗੇ ਕਿ 4 ਮਹੀਨੇ, ਮੈਂ ਇਹ ਗੱਲ ਰੱਖੀ ਹੈ ਕਿ ਜਿਹੜੇ 4 ਮਹੀਨੇ ਹੈਗੇ ਆ ਉਹ ਸਾਡਾ, ਕਿਉਂਕਿ ਸਾਨੂੰ ਇਹ ਫੋਰਸਫੁਲੀ ਸਾਨੂੰ ਸਾਡੇ ਤੇ ਇੰਪਲੀਮੈਂਟ ਕੀਤਾ ਜਾ ਰਿਹਾ ਕਿ ਤੁਸੀਂ ਡ੍ਰੌਪ ਲਓ ਹੀ ਲਓ। ਬਟ ਵੀ ਆਰ ਨੋਟ ਲਾਈਕ ਸਾਰੇ, ਅਸੀਂ ਕੋਈ ਆਪਾਂ ਫੋਰਸਫੁਲੀ ਨਹੀਂ ਲੈਣਾ। ਤੇ ਕੱਲ ਨੂੰ ਆਪਣੀ ਬੋਰਡ ਆਫ ਜਿਹੜੀ ਆਪਣੇ ਡਾਇਰੈਕਟਰ ਮੈਮ ਸੀਗੇ, ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਕਹਿ ਰਹੇ ਆ ਕਿ ਸਾਨੂੰ ਕਿ ਤੁਸੀਂ ਕੱਲ ਨੂੰ 4 ਵਜੇ ਮੀਟਿੰਗ ਕੰਡਕਟ ਹੋਏਗੀ। ਜੋ ਉਹੀ ਗੱਲ ਹੈ, ਕੱਲ ਨੂੰ ਵੀ ਮੈਂ ਇਹਨਾਂ ਨੂੰ ਅੱਗੇ ਅਥਾਰਟੀਜ਼ ਨੂੰ, ਜਿਹੜੇ ਅੱਗੇ ਫਰੰਟ ਡੈਸਕ ਤੇ ਰਿਸੈਪਸ਼ਨਿਸਟ ਬੈਠੇ ਆ ਸਾਰੇ, ਇਹਨਾਂ ਦੇ ਅੱਗੇ ਮੈਂ ਇਹੀ ਗੱਲ ਕਹੀ, ਮੈਂ ਕਿਹਾ ਜੇ ਤੁਸੀਂ ਵੀ ਅੱਗੇ ਕਿਸੇ ਨੂੰ ਅੱਗੇ ਉੱਪਰ ਆਨਸਰ ਦੇਣਾ ਹੈਗਾ, ਉਹ ਜਿਹੜਾ ਇਨਸਾਨ ਹੈ ਜੋ ਜਿਨ੍ਹਾਂ ਨੂੰ ਤੁਸੀਂ ਆਨਸਰ ਦੇਣਾ, ਮੈਂ ਕਿਹਾ ਉਹਨਾਂ ਨੂੰ ਅੱਗੇ ਲੈ ਕੇ ਆਓ। ਉਹਦੇ ਨਾਲ ਫਿਰ ਮੈਂ ਕਿਹਾ ਐਟਲੀਸਟ ਸਾਨੂੰ ਆਨਸਰ ਦਾ ਇੱਕ ਸੋਲੂਸ਼ਨ ਤਾਂ ਮਿਲੇ। ਸਾਨੂੰ ਸੋਲੂਸ਼ਨ ਵੀ ਨਹੀਂ ਮਿਲ ਰਿਹਾ। ਅਸੀਂ ਕਿੰਨੇ ਮਤਲਬ 2-3 ਹਫ਼ਤਿਆਂ ਤੋਂ ਇੱਥੇ ਖੜੇ ਆਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਬਟ ਐਟਲੀਸਟ ਤੁਸੀਂ ਆਏ ਹੋ ਇੱਥੇ ਤੇ ਸਾਡੇ ਮਤਲਬ ਕਿ ਲੋਕਾਂ ਤੱਕ ਗੱਲ ਪਹੁੰਚ ਰਹੀ ਹੈ। ਮੈਂ ਬਹੁਤ ਤੁਹਾਡਾ ਥੈਂਕਸ ਕਰਦਾ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਿਛਲੇ 2 ਹਫ਼ਤੇ ਤੋਂ 3 ਹਫ਼ਤੇ ਤੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੇ ਹੁਣ ਤੱਕ ਕਾਲਜ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਰਿਸਪਾਂਸ ਨਹੀਂ ਦਿੱਤਾ ਗਿਆ? ਹਜੇ ਤੱਕ ਜੀ ਕੋਈ ਇਹਨਾਂ ਨੇ ਰਿਸਪੌਂਸ ਨਹੀਂ ਦਿੱਤਾ। ਬਟ ਅਸੀਂ ਅੱਜ ਦੇਖੋ ਤੁਹਾਡੇ ਸਾਹਮਣੇ ਦੇਖੋ ਕਿੰਨੇ ਮਤਲਬ ਲਾਈਕ 200+ ਸਟੂਡੈਂਟਸ ਹੈਵ ਬੀਨ ਗੈਦਰਡ ਓਵਰ ਹੇਅਰ, ਰਾਈਟ? ਸੋ ਐਜ਼ ਯੂ ਕੈਨ ਸੀ ਤੇ 200+ ਬੱਚੇ ਇੱਥੇ ਹੈਗੇ ਤੇ 200 ਇਹ 1 ਜਾਂ 2 ਜਾਂ 3 ਬੱਚਿਆਂ ਦੀ ਗੱਲ ਨਹੀਂ ਹੈਗੀ, ਇਹ ਘੱਟੋ ਘੱਟ 200+ ਬੱਚਿਆਂ ਦੀ ਹੈਗੀ ਹੈ ਗੱਲ। ਤੇ ਅੱਜ ਅਸੀਂ ਡਾਇਰੈਕਟਰ ਮੈਮ ਨੇ ਇਹਨਾਂ ਨਾਲ ਗੱਲ ਕਰਵਾਈ ਹੈ। ਉਹੀ ਮੈਂ ਗੱਲ ਕਰ ਰਿਹਾ ਕਿ ਕੱਲ ਨੂੰ ਯੈਸਟਰਡੇ, ਕੱਲ ਦੇ ਦਿਨ ਵੀ ਅਸੀਂ ਆਏ ਸੀਗੇ, ਕੱਲ ਵੀ ਗੱਲ ਕੀਤੀ ਆਪਾਂ, ਲੇਕਿਨ ਕੱਲ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਉਹਨਾਂ ਨੇ ਕਿਹਾ, ਅਸੀਂ ਕਿਹਾ ਜਿਹੜੇ ਤੁਹਾਡੇ ਡਾਇਰੈਕਟਰ ਮੈਮ ਹੈ ਸਾਨੂੰ ਕੋਈ ਈਮੇਲ ਇੱਕ ਦੇ ਦਿਓ ਕਿ ਐਟਲੀਸਟ ਅਸੀਂ ਇੱਕ ਈਮੇਲ ਉਹਨਾਂ ਨੂੰ ਦੇ ਦਈਏ। ਬਟ ਦੇ ਵੱਲ ਲਾਈਕ ਕਿ ਸਾਡੇ ਕੋਲ ਈਮੇਲ ਨਹੀਂ ਹੈਗੀ ਉਹਨਾਂ ਦੇ ਡਾਇਰੈਕਟਰ ਦੀ। ਸਾਨੂੰ ਇਹ ਚੀਜ਼ ਸੁਣਨ ਨੂੰ ਮਿਲ ਰਹੀ ਹੈ ਕਿ ਸਾਡੇ ਕੋਲ ਈਮੇਲ ਨਹੀਂ ਹੈਗੀ। ਅਸੀਂ ਕਿਹਾ ਕਿ ਬਾਈ ਤੁਸੀਂ ਕਿੱਥੇ ਹੋ, ਸਾਨੂੰ ਦੱਸੋ ਕਿ ਐਟਲੀਸਟ ਸਾਡੇ ਟੀਚਰ ਸਾਡੇ, ਕਿਉਂਕਿ ਇੱਕ ਜੇ ਇੰਸਟੀਟਿਊਸ਼ਨ ਰਨ ਹੋ ਰਿਹਾ ਹੈ, ਉਹਨੂੰ ਓਨਰ ਹੈਗਾ ਕੋਈ, ਉਹਨੂੰ ਓਨ ਕਰਦਾ ਹੈ ਕੋਈ, ਉਹਨੂੰ ਪ੍ਰੋਪਰ ਇੱਕ ਸਿਸਟਮੈਟਿਕ ਵੇ ਨਾਲ ਸਾਰੀ ਚੀਜ਼ਾਂ ਚੱਲਦੀਆਂ। ਮੈਂ ਕਿਹਾ ਜੇ ਇੱਕ ਇੰਸਟੀਟਿਊਸ਼ਨ ਰਨ ਜੇ ਕਰ ਰਿਹਾ ਜੋ ਬੰਦਾ ਉਹੀ ਨਹੀਂ ਹੈਗਾ, ਹੁਣ ਮੈਨੂੰ ਜੀ ਐਕਸਪਲੇਨੇਸ਼ਨ ਆ ਮਿਲਦੀਆਂ ਟੀਚਰਾਂ ਤੋਂ, ਬਈ ਵਕੇਸ਼ਨ ਤੇ ਹੈਗੇ ਆ ਉਹ, ਫਿਰ ਕਹਿੰਦੇ ਆ ਫਾਰਮਲ ਵਕੇਸ਼ਨ ਤੇ ਹੈਗੇ ਆ, ਉਹ ਆਪਦੀ ਸਟੇਟਮੈਂਟ ਨੂੰ ਹੀ ਕੰਟਰਾਡਿਕਟ ਕਰ ਰਹੇ ਆ। ਫਿਰ ਕਹਿੰਦੇ ਆ ਕਿ ਉਹ ਇੱਕ ਕਨਵੋਕੇਸ਼ਨ ਤੇ ਗਏ ਆ। ਦੇਖੋ ਜੀ ਆ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ। ਪਰ ਮੇਰੀ ਆਹੀ ਚੀਜ਼ ਹੈ ਬਈ, ਰਿਕੁਐਸਟ ਹੈਗੀ ਸਾਰਿਆਂ ਨੂੰ ਕਿ ਤੁਸੀਂ ਜੇ ਆਇਓ ਇੱਥੇ ਤੇ ਅਸੀਂ ਮਤਲਬ ਕਿ ਸਾਨੂੰ ਧੱਕੇ ਨਾਲ ਇੱਕ ਫੋਰਸਫੁਲੀ ਸਾਨੂੰ ਇੱਕ ਡ੍ਰੌਪ ਦਿੱਤਾ ਜਾ ਰਿਹਾ, ਜਿਹਦੇ ਕਰਕੇ ਸਾਡਾ 1 ਸਾਲ ਮੰਨੇ ਕਿ 365 ਡੇਜ਼ ਸਾਡੇ ਵੇਸਟ ਹੋਣਗੇ। ਬਾਕੀ ਇਹ ਗੱਲ ਹੈ ਕਿ ਜੇ 4 ਮਹੀਨੇ ਸਾਨੂੰ ਵਿਹਲਾ ਰੱਖਿਆ ਜਾ ਰਿਹਾ, ਉਹ ਵੀ ਇਹਦੀ ਸ਼ੋਰਿਟੀ ਨਹੀਂ ਹੈਗੀ ਕਿ ਇਹ ਸਾਨੂੰ ਇੱਕ ਡ੍ਰੌਪ ਲੈਟਰ ਇਸ਼ੂ ਕਰਨਗੇ, ਜਿਹੜਾ ਫਾਰਮਲ ਡ੍ਰੌਪ ਲੈਟਰ ਹੈਗਾ ਜੇ ਨਹੀਂ, ਉਹ ਵੀ ਸਾਨੂੰ ਗਾਰੰਟੀ ਨਹੀਂ ਦੇ ਰਹੇ। ਉੱਤੋਂ ਸਾਨੂੰ ਕਹਿ ਰਹੇ ਕਿ ਜਿਹੜਾ ਡ੍ਰੌਪ ਲੈਟਰ ਹੈਗਾ ਕਿ 4 ਮਹੀਨੇ ਅਸੀਂ ਕੀ ਕਰਾਂਗੇ, ਨਾ ਅਸੀਂ ਕੰਮ ਕਰ ਸਕਦੇ ਨਾ ਕੁਛ ਕਰ ਸਕਦੇ। ਆਪਾਂ ਰੈਗੂਲਰ ਸਟੂਡੈਂਟ ਆ, ਆਪਾਂ ਇੱਕ ਸਟੂਡੈਂਟ ਸਟੱਡੀ ਪਰਮਿਟ ਤੇ ਆਏ ਆ ਇੱਥੇ, ਅਸੀਂ ਕੰਮ ਕਰਨ ਨਹੀਂ ਆਏ ਇੱਥੇ, ਤੇ ਉਹਦਾ ਐਕਸਪੈਂਸਿਸ ਕੌਣ ਚੱਕੇਗਾ? ਮੈਂ ਗੱਲ ਕੀਤੀ ਅੰਦਰ ਅਥਾਰਟੀਜ਼ ਨਾਲ, ਉਹ ਕਹਿੰਦੇ ਅਸੀਂ ਵੀ ਆਰ ਨੋਟ ਰੈਡੀ ਟੂ ਲਾਈਕ ਟੇਕ ਅਪ ਯੋਰ ਐਕਸਪੈਂਸਿਸ। ਮੈਂ ਕਿਹਾ ਜੇ ਤੁਸੀਂ ਰੈਡੀ ਨਹੀਂ ਹੋ ਤੇ ਮੈਂ ਕਿਹਾ ਫਿਰ ਅਸੀਂ ਸਾਡਾ ਕੌਣ ਐਕਸਪੈਂਸਿਸ ਚੱਕੇਗਾ? ਮੈਂ ਕਿਹਾ ਜਿੰਨੀ ਸਾਡੇ ਟਾਈਮ ਫਰੇਮ ਸੀਗਾ ਉਹਦੇ ਟਾਈਮ ਦੇ ਫਰੇਮ ਦੇ ਵਿੱਚ ਸਾਨੂੰ ਆਪਦੀ ਪੜ੍ਹਾਈ ਡਨ ਚਾਹੀਦੀ ਹੈ। ਇਨਸਟੈਡ ਆਫ ਉਹ ਕੀ ਕਰ ਰਹੇ ਆ, ਆਪਣੀ ਜਿਹੜੀਆਂ ਆਫਰ ਲੈਟਰ ਇਸ਼ੂ ਕਰੀ ਜਾ ਰਹੇ ਨਵੇਂ ਬੱਚੇ। ਤੁਸੀਂ ਜੇ ਦੇਖੋਗੇ ਇੱਥੇ 2nd, 3rd ਐਂਡ 4th ਸਮੈਸਟਰ ਦੇ ਬੱਚੇ ਜ਼ਿਆਦਾ ਪ੍ਰੋਬਲਮ ਫੇਸ ਕਰ ਰਹੇ ਆ। ਇਹ ਸਾਰੇ ਬੱਚੇ ਜਿਹੜੇ 2nd, 3rd, 4th ਸਮੈਸਟਰ ਦੇ ਆ। ਈਵਨ ਦੋ ਕਿ ਜਿਹੜੇ ਇੰਡੀਆ ਤੋਂ ਬੱਚੇ ਆਉਂਦੇ ਆ, ਸਾਲ ਇੱਕ ਦੀ ਹਰ ਕਾਲਜ 'ਚ ਇੱਕ ਮਤਲਬ ਕਿ IRCC ਵੱਲੋਂ ਵੀ ਗਾਈਡਲਾਈਨ ਹੈਗੀ ਕਿ ਸਾਲ ਇੱਕ ਦੀ ਫੀਸ ਭਰ ਕੇ ਆਉਣ ਸਾਰੇ ਬੱਚੇ, ਮਤਲਬ ਕਿ 2 ਸਮੈਸਟਰ ਦੀ ਭਰ ਕੇ। ਅਸੀਂ ਮੰਨਦੇ ਅਸੀਂ ਗਲਤ ਹੈ, ਕਿਤੇ ਗਲਤ ਹੋ ਗਏ, ਠੀਕ ਹੈ, ਅਸੀਂ ਲੇਟ ਫੀ ਪੇ ਕੀਤੀ ਆ। ਬਟ ਉਹਨਾਂ ਦਾ ਬੱਚਿਆਂ ਦਾ ਕੀ ਜਿਹੜੇ ਦੂਜੇ ਸਮੈਸਟਰ ਜਿਹੜਾ ਇੰਡੀਆ ਤੋਂ ਸਾਲ ਭਰ ਕੇ ਆ, ਉਹਨਾਂ ਨੂੰ ਤੇ ਲੋੜ ਨਹੀਂ ਹੈਗੀ ਪੇ ਕਰਨ ਦੀ ਫੀਸ, ਉਹਨਾਂ ਦੇ ਸਾਲ ਲੱਗੇ। ਬਟ ਉਹਨਾਂ ਨੂੰ ਵੀ ਇਦਾਂ ਕਹਿ ਰਹੇ ਕਿ ਤੁਸੀਂ ਬਈ 2nd ਸਮੈਸਟਰ ਜਾਂ 3rd ਮਤਲਬ ਕਿ ਅੱਗੇ ਡ੍ਰੌਪ ਲੈ ਲਓ ਫਿਰ ਅੱਗੇ ਜਾਓ।
ਕਈ ਬੱਚੇ ਇਦਾਂ ਦੇ ਵੀ ਹੈਗੇ ਜਿਨ੍ਹਾਂ ਨੂੰ ਇੱਕ ਦਿਨ ਲੇਟ ਕਰਕੇ ਉਹਨਾਂ ਨੂੰ ਡ੍ਰੌਪ ਦਿੱਤਾ ਗਿਆ ਸੈਪਟੈਂਬਰ ਦਾ ਲਾਸਟ ਈਅਰ ਦਾ 4 ਮਹੀਨੇ ਦਾ ਡ੍ਰੌਪ ਦਿੱਤਾ ਗਿਆ, ਬਟ ਹੁਣ ਇਨਸਟੈਡ ਆਫ ਦੈਟ ਹੁਣ ਫਿਰ ਉਹਨਾਂ ਨੂੰ ਡ੍ਰੌਪ ਦੇ ਰਹੇ ਆ। ਉਹਨਾਂ ਦਾ ਅਨਆਫੀਸ਼ੀਅਲ ਹੋ ਗਿਆ ਡ੍ਰੌਪ 2 ਵਾਰੀ। ਇਹ ਸਾਡੇ ਫਿਊਚਰ ਨਾਲ ਖਿਲਵਾੜ ਕੀਤਾ ਜਾ ਰਿਹਾ। ਪਰ ਮੈਂ ਚੀਜ਼ ਇਹੀ ਚਾਹੁੰਦਾ ਹੈ ਕਿ ਤੁਸੀਂ ਤੁਹਾਡੇ ਸਾਰਿਆਂ ਦੇ ਇੱਕ ਤੁਹਾਡੇ ਰੂਬਰੂ ਇਹ ਗੱਲ ਹੋਈ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗਾ ਐਟਲੀਸਟ ਇਹ ਹਾਈਲਾਈਟ ਚੀਜ਼ ਹੋਈ ਹੈ ਕਿ ਸਟੂਡੈਂਟਾਂ ਨਾਲ ਕਿੰਨਾ ਧੱਕਾ ਹੋ ਰਿਹਾ। ਹੁਣ ਅਸੀਂ ਇੱਥੇ ਪ੍ਰੋਟੈਸਟ, ਚਲੋ ਆਪਾਂ ਇੱਕ ਫਾਰਮਲ ਵੇ ਨਾਲ ਇੱਕ ਵਧੀਆ ਤਰੀਕੇ ਨਾਲ ਆਪਾਂ ਇੱਥੇ ਪ੍ਰੋਟੈਸਟ ਕੀਤਾ। ਪ੍ਰੋਟੈਸਟ ਵੀ ਨਹੀਂ ਕੀਤਾ, ਅਸੀਂ ਇਹਨਾਂ ਅੱਗੇ ਗੱਲ ਰੱਖੀ ਆਪਣੀ ਕਿ ਐਟਲੀਸਟ ਸਾਨੂੰ ਇੱਕ ਸੋਲੂਸ਼ਨ ਮਿਲੇ। ਕੱਲ ਨੂੰ ਅਸੀਂ ਇਹਨਾਂ ਨੇ ਫਾਰਮਲ ਨੋਟਿਸ ਸਾਨੂੰ ਅਸੀਂ ਇਹਨਾਂ ਨੂੰ ਕਹਿ ਕੇ ਇੱਕ ਜਨਰੇਟ ਕਰੋ ਫਾਰਮਲ ਨੋਟਿਸ, ਤਾਂ ਕਿ ਤੁਸੀਂ ਸਾਨੂੰ ਇਨਵਾਈਟ ਕਰੋ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਜਿਹੜੀ ਡਾਇਰੈਕਟਰ ਆਫ ਮੈਮ ਸੀਗੀ ਉਹਨਾਂ ਨੇ ਕਿਹਾ ਕਿ ਡਾਇਰੈਕਟਰ ਮੈਮ ਨੇ ਕਿ ਤੁਹਾਨੂੰ 4 ਵਜੇ ਦਾ ਟਾਈਮ ਦਿੱਤਾ ਜਾ ਰਿਹਾ, ਤੁਸੀਂ 4 ਵਜੇ ਦੇ ਵਿੱਚ ਸਾਨੂੰ ਇੱਥੇ ਮੀਟਿੰਗ ਕੰਡਕਟ ਹੋਏਗੀ। ਤੇ ਅਸੀਂ ਆਹੀ ਚੀਜ਼ ਮੇਰੀ ਤਾਂ ਸਾਡੇ ਸਾਰਿਆਂ ਦੀ ਆਹੀ ਰਿਕੁਐਸਟ ਹੈਗੀ ਹੈ ਕਿ ਸਾਨੂੰ ਡ੍ਰੌਪ ਨਹੀਂ ਚਾਹੀਦਾ ਜਿਹੜਾ ਇੱਕ ਫੋਰਸਫੁਲੀ ਦਿੱਤਾ ਜਾ ਰਿਹਾ ਹੈ। ਇਦਾਂ ਇਹ ਦੇਖੋ ਜੀ, ਲੈਟਰ ਆਫ ਐਕਸੈਪਟੈਂਸ ਦਾ ਮਤਲਬ ਹੈ ਲੈਟਰ ਆਫ ਐਕਸੈਪਟੈਂਸ ਦੇ ਵਿੱਚ ਅਸੀਂ ਇੱਕ ਚੀਜ਼ ਸਾਰੀ ਚੀਜ਼ਾਂ ਐਕਸੈਪਟ ਕਰਦੇ ਹਾਂ ਜੋ ਕਾਲਜ ਦੀ ਕ੍ਰਾਈਟੇਰੀਆ ਹੈਗਾ, ਜੋ ਸਾਰੇ ਕ੍ਰਾਈਟੇਰੀਆ ਜੋ ਫੋਲੋ ਅਪ ਹੈਗੇ ਉਹ ਅਸੀਂ ਮੰਨਦੇ ਹਾਂ ਉਹਨਾਂ ਚੀਜ਼ਾਂ ਨੂੰ, ਤਾਂ ਆਪਾਂ ਸਾਈਨ ਕਰਕੇ ਦਿੰਦੇ ਹਾਂ। ਬਟ ਆਊਟ ਆਫ ਨੋਵੇਅਰ ਵਿੱਚੋਂ ਇਹਨਾਂ ਨੂੰ ਕੋਈ ਜਦੋਂ ਆਕੂਪੈਂਸੀ ਦੀ ਕਮੀ ਪੈ ਗਈ ਜਾਂ ਕੁਝ ਵੀ ਇਹਨਾਂ ਦਾ ਕਮੀ ਜੋ ਵੀ ਇਹਨਾਂ ਦੇ ਸੋ ਫੋਰ ਰੀਜ਼ਨ ਹੈਗੇ ਆ, ਉਹ 1-2 ਹਫ਼ਤੇ ਦੇ ਵਿੱਚ ਇਹਨਾਂ ਨੇ ਜਨਰੇਟ ਕਰਤਾ ਤੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਤੁਸੀਂ ਡ੍ਰੌਪ ਤੁਹਾਨੂੰ ਲੈਣਾ ਹੀ ਪੈਣਾ, ਉਹ ਵੀ ਫੋਰਸਫੁਲੀ। ਹਾਲਾਂਕਿ ਐਸੇ ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਜਿਹੜੀ ਆਪਣੇ ਕਾਲਜਿਸ ਹੈਗੇ ਉਹ ਅਲਾਉ ਨਹੀਂ ਕਰਦੇ ਕਿ ਬੱਚਿਆਂ ਨੂੰ ਕਿ ਤੁਸੀਂ ਫੋਰਸਫੁਲੀ ਕਿਸੇ ਨੂੰ ਇੰਪਲੀਮੈਂਟ ਕਰੋ ਕਿ ਜਾਓ ਤੁਸੀਂ ਤੁਹਾਨੂੰ ਡ੍ਰੌਪ ਦਿੱਤਾ ਜਾ ਰਿਹਾ ਜਾਂ ਇੱਦਾਂ ਕੁਝ। ਉਹੀ ਚੀਜ਼ ਆਪਾਂ ਕੱਲ ਨੂੰ ਗੱਲ ਕਰਾਂਗੇ ਇਹਦੇ ਨਾਲ ਕਿ ਅਸੀਂ ਆਪਾਂ ਡਿਨਾਈ ਕਰਦੇ ਇਸ ਚੀਜ਼ ਨੂੰ, ਅਸੀਂ ਡ੍ਰੌਪ ਦੇ ਬਿਲਕੁਲ ਖਿਲਾਫ ਹੈਗੇ, ਅਸੀਂ ਨਹੀਂ ਰੈਡੀ ਹੈਗੇ ਲੈਣ। ਪਰ ਕਿਉਂਕਿ ਹਾਲੇ ਤੱਕ ਕਾਲਜ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਰਿਸਪਾਂਸ ਨਹੀਂ ਮਿਲਿਆ ਕਿ ਤੁਹਾਡੇ ਵੱਲੋਂ ਇਸ ਏਰੀਆ ਦਾ ਜੋ ਮੈਂਬਰ ਪਾਰਲੀਮੈਂਟ ਹੈ ਜਾਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈ ਉਹਨੂੰ ਕੰਟੈਕਟ ਕੀਤਾ ਗਿਆ ਜੀ। ਹਜੇ ਤੱਕ ਤਾਂ ਨਹੀਂ ਕੀਤਾ ਗਿਆ, ਬਟ ਹਾਂਜੀ ਕੱਲ ਨੂੰ ਜੇ ਆਪਣਾ ਜਿੱਦਾਂ ਬੋਰਡ ਆਫ ਮੀਟਿੰਗ ਜਦੋਂ ਕੰਡਕਟ ਹੋਏਗੀ, ਜੇ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਤੇ ਹਾਂਜੀ ਜਿਹੜੇ ਲੋਕਲੀ ਜਿਹੜੇ ਸਾਡੇ ਇੱਥੇ ਆਪਣੇ ਜੋ ਵੀ ਇੱਥੇ ਦਾ ਰਿਪਰੈਜ਼ੈਂਟੇਟਿਵ ਹੈਗਾ, ਜੋ ਵੀ ਐਮਪੀ ਹੈਗੇ ਆ, ਤੇ ਉਹਨਾਂ ਕੋਲ ਜਾਵਾਂਗੇ ਆਪਾਂ, ਉਹਨਾਂ ਕੋਲ ਆਪਣੇ ਸਾਰਾ ਕੁਝ ਆਪਣੇ ਲੈ ਕੇ ਜਾਵਾਂਗੇ। ਲੈਣ ਨੂੰ ਕਿਹਾ ਜਾ ਰਿਹਾ, ਬਟ ਜੇ ਆਫੀਸ਼ੀਅਲ ਡ੍ਰੌਪ ਗੱਲ ਕਰੀਏ ਤਾਂ 4 ਮਹੀਨੇ ਬੰਦ ਆ। 4 ਮਹੀਨਿਆਂ ਦਾ ਹੁਣ ਜਿਹੜਾ ਖਰਚਾ ਹੈਗਾ ਸਟੂਡੈਂਟਸ ਕਰ ਤਾਂ ਲਊਗਾ, ਬਟ ਜਿਹੜਾ ਟਾਈਮ ਚਲਾ ਗਿਆ ਸਟੂਡੈਂਟਸ ਦਾ, ਉਹ ਸਟੱਡੀ ਜਿਹੜੀ ਕਰਨ ਵਾਸਤੇ ਆਉਂਦੇ ਆ ਸਟੂਡੈਂਟ, ਉਹ ਕਾਲਜ ਵਾਪਸ ਨਹੀਂ ਦਊਗਾ। ਉਹ ਕੌਣ ਦਊਗਾ? ਹੋਰ ਨਾ ਤਾਂ ਕਿਸੇ ਐਮਪੀ ਨੇ ਦੇਣਾ ਹੈ, ਨਾ ਕਿਸੇ ਹੋਰ ਪਰਸਨ ਨੇ ਦੇਣਾ ਹੈ। ਸਟੂਡੈਂਟ ਦੀ ਲਾਈਫ ਖਰਾਬ ਹੋ ਰਹੀ ਹੈ। ਸੋ ਇਹਦੇ ਵਿੱਚ ਆਪਾਂ ਸਿਰਫ ਸਾਡਾ ਗੁਨਾਹ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟ ਆ, ਅਸੀਂ ਇੰਡੀਆ ਤੋਂ ਆਉਂਦੇ ਹਾਂ ਇਸ ਕਰਕੇ। ਜੇ ਡੋਮੈਸਟਿਕ ਸਟੂਡੈਂਟਸ ਦੀ ਗੱਲ ਕਰੀਏ ਉਹ $5000 ਦੇ ਰਿਹਾ ਕਿਸੇ ਕੋਰਸ ਨੂੰ, ਅਸੀਂ ਬੀਇੰਗ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਅਸੀਂ $15000 ਭਰ ਰਹੇ ਹਾਂ। $15000 ਭਰ ਕੇ ਵੀ ਸਾਡੇ ਨਾਲ ਇਹ ਧੱਕਾ ਹੋ ਰਿਹਾ, ਬਹੁਤ ਸਰਾਸਰ ਗਲਤ ਆ। ਮੈਨੂੰ ਲੱਗਦਾ ਹੈ ਸਾਨੂੰ ਆਫੀਸ਼ੀਅਲ ਡ੍ਰੌਪ ਨਹੀਂ ਚਾਹੀਦਾ ਤੇ ਕਾਲਜ ਸਾਡੇ ਨਾਲ ਧੱਕਾ ਕਰ ਰਿਹਾ ਆ। ਤੇ ਮੈਂ ਰਿਕੁਐਸਟ ਕਰਦਾ ਸਾਰਾ ਕਮਿਊਨਿਟੀ ਨੂੰ ਵੀ ਸਾਨੂੰ ਇਕੱਠੇ ਹੋਣਾ ਚਾਹੀਦਾ, ਸਟੂਡੈਂਟਸ ਨਾਲ ਮਿਲ ਕੇ ਆਪਾਂ ਨੂੰ ਲੜਨਾ ਚਾਹੀਦਾ ਹੈ ਕਾਲਜ ਦੇ ਅਗੇਂਸਟ ਵੀ ਇਦਾਂ ਧੱਕਾ ਨਾ ਕਰਨ। ਅਸੀਂ ਸਟੂਡੈਂਟਸ ਸਟੱਡੀ ਕਰਨਾ ਹੈ, ਸਾਨੂੰ ਗ੍ਰੈਜੂਏਟ ਕੀਤਾ ਜਾਵੇ ਤੇ ਜਿਹੜੇ ਬੱਚੇ ਦੂਜੇ ਸਮੈਸਟਰ ਜਾਂ ਤੀਜੇ ਸਮੈਸਟਰ 'ਚ ਪੜ੍ਹ ਰਹੇ ਆ ਉਹਨਾਂ ਨੂੰ ਵੀ ਕਹਿ ਰਿਹਾ ਵੀ ਆਫੀਸ਼ੀਅਲ ਤੇ ਇੱਥੇ ਸੈਕੰਡ ਸਮੈਸਟਰ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਡ੍ਰੌਪ ਦੇ ਸਕਦੇ, 2 ਸਮੈਸਟਰ ਬਾਅਦ ਉਹ ਦੇ ਸਕਦੇ ਸੀ। ਅਸੀਂ ਕੋਈ ਡ੍ਰੌਪ ਨਹੀਂ ਚਾਹੁੰਦੇ ਹੈਗੇ, ਸਾਨੂੰ ਇਨਰੋਲ ਕਰਨ, ਉਹ ਇਹਨਾਂ ਦੀ ਹੈਡੇਕ ਆ। ਇਹਨਾਂ ਨੇ ਕਿੱਥੇ ਬਿਠਾਉਣੇ ਆ ਉਹ ਇਹਨਾਂ ਨੂੰ ਚਾਹੀਦਾ ਸੀਗਾ। ਇਹ ਕੋਈ ਬਿਲਡਿੰਗ ਹਾਇਰ ਕਰਨ, ਕੁਛ ਮਰਜ਼ੀ ਕਰਨ, ਉਹ ਇਹਨਾਂ ਦਾ। ਅਸੀਂ ਆਪਣੀਆਂ ਫੀਸਾਂ ਭਰ ਚੁੱਕੇ ਆ, ਅਸੀਂ ਸਮੈਸਟਰ ਕਲੀਅਰ ਕਰ ਚੁੱਕੇ ਆ। ਬਟ ਇੱਕ ਹੋਰ ਜ਼ਿਆਦਾ ਪ੍ਰੋਬਲਮ ਆ ਕਿ ਕਾਲਜ ਦੇ ਸਟੂਡੈਂਟਸ ਆਏ, ਉਹਨਾਂ ਨੇ ਆਪਦੇ ਹੱਕਾਂ ਦੇ ਲਈ ਨਾ ਫਿਰ ਗੱਲ ਰੱਖੀ ਕਿ ਇੱਦਾਂ ਕਰਕੇ ਹਨਾ ਵੀ ਸਾਨੂੰ ਤੁਸੀਂ ਕਾਹਤੋਂ ਨਹੀਂ ਇਨਰੋਲ ਕਰ ਰਹੇ। ਤੇ ਉਹ ਇਹਨਾਂ ਨੇ ਅੱਜ ਫਿਰ ਉਹ ਸਟੂਡੈਂਟਸ ਦੀ ਹਨਾ ਜਿਹੜੀ ਜੀਪੀਐਸ ਸੀ ਉਹ ਘਟਾ ਕੇ ਉਹਨਾਂ ਨੂੰ ਫੇਲ ਕਰਤਾ ਕਿ ਸਾਤੋਂ ਟੈਕਨੀਕਲ ਇਸ਼ੂ ਦੇ ਨਾਲ ਤੁਸੀਂ ਪਾਸ ਹੋ ਚੁੱਕੇ ਹੋ। ਕਿ ਇਹ ਚੀਜ਼ਾਂ ਰਾਈਟ ਨਹੀਂ ਗਈਆਂ ਤੇ ਜਿਹੜੇ ਬੱਚਿਆਂ ਨੂੰ ਇਹਨਾਂ ਨੇ ਟਾਈਮ ਟੇਬਲ ਇਸ਼ੂ ਕਰਿਆ ਜੀ ਉਹਨਾਂ ਦਾ ਟਾਈਮ ਟੇਬਲ ਚੱਕੀ ਜਾਂਦੇ ਆ ਪੋਰਟਲ ਤੋਂ। ਇਹ ਚੀਜ਼ਾਂ ਕਲੀਨ ਹੈਗੀਆਂ, ਇਹ ਸਿਰਫ ਸਾਨੂੰ ਇੱਕ ਗਲਤ ਗੁੰਮਰਾਹ ਕਰ ਰਹੇ ਆ, ਇਹਦੇ ਵਿੱਚ ਹੋਰ ਕੁਛ ਨਹੀਂ ਗਾ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਪ੍ਰੋਪਰ ਮਿਲ ਗਈ ਹੋਊਗੀ ਸਟੂਡੈਂਟਸ ਨਾਲ ਕੀ ਹੋ ਰਿਹਾ ਹੈ, ਕਿਵੇਂ ਧੱਕਾ ਹੋ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਨਾਲ ਅਲਫਾ ਅਕੈਡਮੀ ਦੇ ਵਿੱਚ। ਤੇ ਤੁਸੀਂ ਸਾਰੇ ਸਟੂਡੈਂਟਸ ਕੀ ਰਿਵਿਊ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਰਿਗਾਰਡਿੰਗ ਯੂਅਰ ਸਟੱਡੀਜ਼ ਤੇ ਕਾਲਜ ਨੂੰ ਲੈ ਕੇ ਜ਼ਰੂਰ ਤੁਸੀਂ ਮੈਂਸ਼ਨ ਕਰਿਓ। ਆਈ ਹੋਪ ਮੈਂ ਤੁਹਾਨੂੰ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ। ਤੇ ਜਿਹੜੇ ਇੰਡੀਆ ਦੇ ਵਿੱਚੋਂ ਅਪਲਾਈ ਕਰਨਾ ਚਾਹੁੰਦੇ ਆ ਉਹ ਵੀ ਧਿਆਨ ਨਾਲ ਕਰਿਓ ਇਸ ਕਾਲਜ ਦੇ ਵਿੱਚ ਅਪਲਾਈ। ਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰੱਖਾ।